फटकड़ी है वो औरत नहीं अंदर नुकसान करेगी ना ਤੇ ਉਹਦਾ ਤਰੀਕਾਕਾਰ ਕੀ ਹੁੰਦਾ ਫਿਰ ਕਿਸ ਤਰ੍ਹਾਂ ਉਸਦੀ ਇੱਕ ਡੱਲੀ ਲੰਬੀ ਬਣਾ ਕੇ ਨਾ ਥੋੜੀ ਜਿਹੀ ਉਂਗਲ ਨਾਲ ਵਿੱਚ ਫੇਰ ਕੇ ਤੇ ਵਾਪਸ ਕਰ ਦਿੰਦਾ। ਸਹੀ ਹੋ ਗਿਆ ਯਾਨੀ ਉਹ ਕਾਰੀਗਰ ਬੰਦਾ ਹੀ ਕਰ ਸਕਦਾ ਹੈ। ਕਾਰੀਗਰ ਕਰ ਸਕਦਾ, ਹਰ ਬੰਦਾ ਐਵੇਂ ਨਹੀਂ ਦਬਾ ਕੇ ਵਿੱਚ ਦੇ ਛੋੜੀ ਤੇ ਭਾਈ ਹੋ ਜਾਸੀ। ਸਹੀ ਹੋ ਗਿਆ। ਅੱਛਾ ਬਾਜ਼ ਕੌਤ ਕਹਿੰਦੇ ਨੇ ਕਿ ਜਾਨਵਰ ਜਿਹੜਾ ਵੇ ਉਹ ਸੂਣ ਤੋਂ ਬਾਅਦ ਉਹਦਾ ਕੋਈ ਪਾਸਾ ਜਿਹੜਾ ਵੇ ਕਮਜ਼ੋਰ ਹੋ ਜਾਂਦਾ, ਜਾਨਵਰ ਉੱਠਦਾ ਨਹੀਂ। ਹਾਂ ਜਿਹਨੂੰ ਅਸੀਂ ਫਾਲਜ ਵੀ ਕਹਿੰਦੇ ਆ ਬਹਿ ਜਾਂਦਾ ਜਾਨਵਰ, ਉਹਦਾ ਕੀ ਕਰੀਏ? ਉਹ ਤਾਂ ਸਾਰਾ ਆਪਣਾ ਟੀਕੇ ਹੁੰਦੇ ਨੇ ਉਹ ਲਵਾਇਓ, ਹੋਰ ਦੇਸੀ ਨੁਕਸਾ ਉਸਤੇ ਨਹੀਂ। ਇੱਕ ਚੀਜ਼ ਹੋਰ ਕਰਦੀ ਹੈ ਦੇਸੀ ਜੀ, ਮੇਥਰਾ ਹੁੰਦਾ, ਮੇਥਰਾ ਬਾਜ਼ਾਰ ਚੋਂ ਲੈ ਕੇ ਮੇਥਰੇ ਨੂੰ ਪਕਾ ਲੈਣਾ ਹੈ ਅੱਗ ਤੇ, ਉਹਦੇ ਵਿੱਚ 2 ਕਿਲੋ ਮੇਥਰਾ ਤੇ 2 ਕਿਲੋ ਵਿੱਚ ਗੁੜ ਪਾ ਲੈਣਾ ਜੀ ਤੇ 1.5 ਕਿਲੋ ਘੀ ਪਾ ਲੈਣਾ ਜੀ, ਉਹਨੂੰ ਪਕਾ ਕੇ ਤੇ ਉਹਦੇ ਵਿੱਚ ਤਕਰੀਬਨ 5 ਕਿਲੋ ਆਟਾ ਪਾ ਲੈਣਾ। ਆਟਾ ਪਾ ਕੇ ਤੇ ਉਸ ਦੀਆਂ ਬਣਾ ਲੈਣੀਆਂ ਰੋੜੇ ਏਡੇ ਏਡੇ, ਇੱਕ ਖੁਰਾਕ ਇੱਕ ਰੋੜਾ ਚਾਹ ਕੇ ਉਹਨੂੰ ਖਵਾ ਦੇ, ਕੋਈ ਉਹਦੀ ਕਮਜ਼ੋਰੀ ਦੂਰ ਕਰ ਦੇਗੀ। ਕੋਈ ਸੰਨਾਂ 'ਚ ਉਹਦੇ ਪਾਣੀ ਹੈ, ਕੋਈ ਮਸਲਾ ਉਹਦੇ ਜੋੜਾਂ 'ਚ ਉਹ ਖਤਮ ਕਰ ਦੇ। ਆਖਰ ਤੇ अस्सलाम वालेकुम। ਵਾਲੇਕੁਮ ਅਸਲਾਮ ਭਾਈਜਾਨ ਕੀ ਹਾਲ ਹੈ ਤੁਹਾਡਾ? ਠੀਕ ਭਾਈ, ਅੱਲਾ ਦਾ ਸ਼ੁਕਰ। ਤੁਸੀਂ ਸੁਣਾਓ? ਸਭ ਤੋਂ ਪਹਿਲੇ ਆਪਣਾ ਨਾਂ ਦੱਸਿਓ। ਮਾਰ ਲਿਆਕਤ ਮੇਰਾ ਨਾਮ ਹੈ ਜੀ। ਅਮਾਰ ਲਿਆਕਤ। ਹਾਂਜੀ ਮਾਰ ਲਿਆਕਤ। ਮਾਰ ਲਿਆਕਤ। ਅੱਛਾ ਸਾਰਿਆਂ ਦੱਸਿਓ ਕਿ ਤੁਹਾਡਾ ਇਲਾਕਾ ਕਿਹੜਾ ਵੇ? ਇਲਾਕਾ ਮੇਰਾ ਜ਼ਿਲ੍ਹਾ ਖਾਨੇਵਾਲ ਹੈ, ਠੀਕ ਹੈ, ਤਹਿਸੀਲ ਕਬੀਰਵਾਲਾ। ਰਾਂਦਾ ਮੈਂ ਇਸ ਟਾਈਮ ਲੁੱਡਣੇ ਪਿਆ, ਜ਼ਿਲ੍ਹਾ ਬਹਾਵਲਪੁਰ ਹੈ, ਤਹਿਸੀਲ ਹਾਸਿਲਪੁਰ ਹੈ ਤੇ ਰਾਣਾ ਇਕਬਾਲ ਜ਼ਰਈ ਫਾਰਮ, ਕੈਟਲ ਫਾਰਮ, ਹੈਡ ਇਸਲਾਮ। ਠੀਕ ਹੋ ਗਿਆ। ਨੀਲੀ ਦਾ ਇਲਾਕਾ ਵੀ ਮਸ਼ਹੂਰ ਹੈ। ਸਹੀ ਹੋ ਗਿਆ। ਨੀਲੀ ਦਾ ਇਲਾਕਾ ਮਸ਼ਹੂਰ ਹੈ। ਹਾਂਜੀ। ਤੇ ਕਿੰਨੀ ਦੇਰ ਤੋਂ ਫਾਰਮ ਤੇ ਕੰਮ ਕਰ ਰਹੇ ਹੋ? ਮੈਨੂੰ ਹੋ ਗਏ ਤਕਰੀਬਨ 4-5 ਸਾਲ। 4-5 ਸਾਲ ਵਿੱਚ ਤੁਹਾਡੀ ਜ਼ਿੰਮੇਵਾਰੀਆਂ ਕੀ ਨੇ? ਮੇਰੀ ਜ਼ਿੰਮੇਵਾਰੀ ਨੇ ਮਾਲ ਦੀ ਜ਼ਿੰਮੇਵਾਰੀ ਹੈ ਜੀ, ਮਾਲ ਦੀ ਦੇਖਭਾਲ ਹੈ। ਮਾਲ ਕਿਹੜਾ? ਆਪਣਾ ਡੰਗਰ ਹੋ, ਆਪਣਾ ਮੱਝਾਂ ਹੋ ਗਈਆਂ, ਗਾਵਾਂ ਹੋ ਗਈਆਂ, ਬੱਕਰੀਆਂ, ਦੁੰਬਾ, ਭੇਡਾਂ, ਤੇ ਇਸ ਦੀ ਜ਼ਿੰਮੇਵਾਰੀ ਹੈ ਜੀ ਮੇਰੀ। ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਤੁਸੀਂ ਆਪਣੇ ਜਿਹੜੇ ਮੁਲਾਜ਼ਮੀਨ ਨੇ, ਜਿਹੜੇ ਤੁਹਾਡੇ ਥੱਲੇ ਬੰਦੇ ਨੇ, ਉਹਨਾਂ ਨੂੰ ਕਹਿੰਦੇ ਹੋ ਕਿ ਕੰਮ ਕਰੋ, ਯਾਨੀ ਉਹਨਾਂ ਕੋਲ ਕੰਮ ਕਰਵਾਉਂਦੇ ਹੋ? ਜੀ ਜੀ, ਉਹਨਾਂ ਦੇ ਕੋਲ ਕੰਮ, ਪੱਠੇ ਛੱਟੇ ਪਾਣੀ ਛਾਣੀ ਉਹਨਾਂ ਕੋਲ ਪੂਰਾ ਕਰਾਣਾ। ਬਿਲਕੁਲ ਜੀ। ਬਿਲ ਫਰਜ਼ ਅਗਰ ਕੋਈ ਮੱਝ ਖਲੋ ਗਈ ਹੈ, ਜੀ ਹਾਂ, ਉਹ ਪੱਠੇ ਨਹੀਂ ਖਾਂਦੀ ਵੀ, ਫਿਰ ਕੀ ਕਰਦੇ ਹੋ? ਉਸ ਦਾ ਇਲਾਜ ਕਰਨਾ। ਜਿਹੜੀ ਮੇਰੀ ਆਪ ਦੀ ਸਮਝ ਚ ਆਉਂਦੀ ਹੈ, ਦੇਸੀ ਦਵਾਈ ਹੈ, ਕੋਈ ਬੁਖਾਰ ਹੈ ਜਾਂ ਕੋਈ ਥਣਾ ਦਾ ਮਸਲਾ ਹੈ ਜਾਂ ਪੱਠੇ ਨਹੀਂ ਖਾ ਰਿਹਾ, ਫਾਰ ਆਇਆ ਪਿਆ, ਉਹਦੇ ਬਾਰੇ ਮੈਂ ਆਪ ਦੱਸਣਾ। ਕੋਈ ਨਹੀਂ ਸਮਝ ਚ ਆਉਂਦੀ ਤਾਂ ਮੈਂ ਡਾਕਟਰ ਨੂੰ ਬੁਲਾ ਲੈਣਾ। ਅਗਰ ਮੱਝ ਪੱਠੇ ਖਾਣਾ ਛੱਡ ਦੇ, ਉਹਦੀ ਕੀ ਵਜ੍ਹਾ ਹੋ ਸਕਦੀ ਹੈ? ਸਰ ਉਸ ਦਾ ਮੈਦੇ ਦਾ ਮਸਲਾ ਹੋ ਜਾਂਦਾ ਹੈ। ਅਗਰ ਮੈਦੇ ਦਾ ਮਸਲਾ ਆਏ ਤਾਂ ਕੀ ਕਰੀਏ? ਉਸ ਦਾ ਮੈਦੇ ਦਾ ਮਸਲਾ ਆ ਜਾਵੇ ਤਾਂ ਆਪਣਾ ਕੋਈ ਮਸਾਲਾ ਹੋ ਗਿਆ, ਪਿਆਜ਼ ਹੋ ਗਿਆ, ਹਰੀਆਂ ਮਿਰਚਾਂ ਹੋ ਗਈਆਂ, ਆਪਣਾ ਗੁੜ ਹੋ ਗਿਆ, ਇਸ ਤਰ੍ਹਾਂ ਦੀ ਚੀਜ਼ ਦੇ ਦਿੱਤੀ। ਨਾਲੇ ਦੂਸਰੇ ਇਲਾਜ ਟੀਕੇ ਹੋ ਗਏ, ਅੰਗਰੇਜ਼ੀ ਹੋ ਗਏ, ਉਹ ਲਾ ਦਿੱਤੇ। ਹੈਪਾਗਨ ਵਗੈਰਾ ਹੋ ਗਿਆ, ਇਸ ਤਰ੍ਹਾਂ ਦੇ ਦਵਾਈਆਂ ਉਹ ਕਰ ਦਿੰਦੀਆਂ। ਤੁਸੀਂ ਦੋਏ ਇਲਾਜ ਮਿਕਸ ਕਰਦੇ ਹੋ, ਅੰਗਰੇਜ਼ੀ ਵੀ ਤੇ ਦੇਸੀ ਵੀ? ਜਿਹੜਾ ਅੰਗਰੇਜ਼ੀ ਦਾ ਹੀ ਮੈਨੂੰ ਪਤਾ ਉਹ ਵੀ ਮੈਂ ਕਰ ਦੇਣਾ, ਜਿਹੜਾ ਦੇਸੀ ਦਾ ਉਹ ਵੀ ਮੈਂ ਕਰ ਦੇਣਾ। ਸਹੀ ਹੋ ਗਿਆ। ਅੱਛਾ ਇਸ ਤੋਂ ਇਲਾਵਾ ਇੱਕ ਤਾਂ ਤੁਸੀਂ ਮੈਦੇ ਦਾ ਦੱਸਿਆ ਕਿ ਮੱਝ ਪੱਠੇ ਨਹੀਂ ਖਾਂਦੀ, ਹੋਰ ਕੀ ਹੋ ਸਕਦਾ ਹੈ? ਹੋਰ ਸਰ ਬੁਖਾਰ ਹੋ ਜਾਂਦਾ ਹੈ, ਕੋਈ ਡੰਗਰ ਜ਼ਖਮ ਹੋ ਜਾਂਦਾ, ਪੈਰ ਤੇ ਹੋ ਜਾਂਦਾ, ਕੋਈ ਪੈਰ ਟੁੱਟ ਪੈਂਦਾ ਹੈ, ਤੇ ਇਸ ਤਰ੍ਹਾਂ ਦੀ ਅਲਾਮਤਾਂ। ਬੁਖਾਰ ਹੋ ਜਾਏ ਤੇ ਫਿਰ ਵੀ ਮੱਝ ਪੱਠੇ ਨਹੀਂ ਖਾਂਦੀ? ਹਾਂਜੀ, ਫਿਰ ਵੀ ਨਹੀਂ ਖਾਂਦੀ। ਬੁਖਾਰ ਦਾ ਫਿਰ ਕੀ ਇਲਾਜ ਕਰਦੇ ਹੋ? ਬੁਖਾਰ ਦਾ ਇਲਾਜ ਪਿਆਜ਼ ਵੀ ਬੁਖਾਰ ਤੇ ਕੰਟਰੋਲ ਕਰਦਾ ਹੈ, ਤੇ ਦੂਸਰੇ ਇੰਜੈਕਸ਼ਨ ਵੀ ਲੱਗਦੇ ਨੇ, ਟੀਕੇ ਹੋ ਗਏ। ਤੁਸੀਂ ਪਿਆਜ਼ ਦੇ ਬਾਰੇ ਦੱਸਿਆ, ਨਾਲ ਮਿਰਚਾਂ ਵੀ ਦੱਸੀਆਂ ਨੇ, ਗੁੜ ਵੀ ਦੱਸਿਆ। ਇਹਨਾਂ ਨੂੰ ਇਕੱਠਾ ਦੇਣਾ ਹੈ ਜਾਂ ਅਲੱਗ-ਅਲੱਗ ਦੇਣਾ ਹੈ? ਇਸ ਨੂੰ ਮਿਕਸ ਕਰਕੇ ਦੇਣਾ ਹੈ। ਕਿੰਨਾ ਮਿਕਸ ਕਰ ਲਈਏ? ਇਹ ਵੱਡੀ ਮੱਝ ਨੂੰ ਜੀ ਅੱਧਾ ਕਿਲੋ ਪਿਆਜ਼ ਹੋਵੇ ਜੀ, ਤੇ ਤਕਰੀਬਨ 2 ਜਾਂ 3 ਰੋੜੀਆਂ ਗੁੜ ਦੀਆਂ ਪਾ ਦਿਓ ਜੀ। ਕੋਈ ਨਮਕ ਹੋ ਗਿਆ, ਇਸ ਤਰ੍ਹਾਂ ਦਾ ਮਸਾਲਾ ਬਣਾ ਕੇ ਦੇ ਦਿਓ, ਫਿਰ ਵੀ ਬੁਖਾਰ ਇਹਦਾ ਉਤਰ ਜਾਂਦਾ। ਤੇ ਕਦੋਂ ਦੇਣਾ ਹੈ? ਇਸ ਸ਼ਾਮ ਨੂੰ ਦੇ ਦਿਓ, ਜਿਸ ਟਾਈਮ ਹੀ ਉਹ ਮਸਲਾ ਹੋਵੇ ਉਹ ਦੇ ਦਿਓ। ਤੇ ਕਿੰਨਾ ਦੇਣਾ ਹੈ? ਤਕਰੀਬਨ ਇਹ ਤੁਹਾਨੂੰ ਦੱਸ ਦਿੱਤਾ ਨਾ ਬਈ। ਨਹੀਂ, ਕਿੰਨੇ ਦਿਨ ਦੇਣਾ ਹੈ? ਬਾਈ 2-3 ਖੁਰਾਕਾਂ ਦੇ ਦੇਣੀਆਂ। ਸਵੇਰ ਨੂੰ ਦਿੱਤੀ ਹੈ ਤਾਂ ਫਿਰ ਸ਼ਾਮ ਨੂੰ ਦੇ ਦਿਓ। ਸਹੀ ਹੋ ਗਿਆ। ਅੱਛਾ ਤੁਸੀਂ ਦੱਸਿਆ ਕਿ ਮੈਦਾ ਖਰਾਬ ਹੋਏ ਜਾਂ ਬੁਖਾਰ ਹੋਈਏ, ਹਾਂਜੀ, ਇਸ ਤੋਂ ਇਲਾਵਾ ਕਿਹੜੀ ਵਜ੍ਹਾ ਹੁੰਦੀ ਹੈ ਮੱਝ ਪੱਠੇ ਖਾਣਾ ਛੱਡ ਦਿੰਦੀ ਹੈ? ਇਸ ਤੋਂ ਇਲਾਵਾ ਹੋਰ ਕੋਈ ਵਜ੍ਹਾ ਨਹੀਂ। ਬੁਖਾਰ ਹੋਵੇ ਜਾਂ ਕੋਈ ਸੱਟ ਲੱਗ ਜਾਵੇ ਤਾਂ ਉਸ ਤੇ ਹੀ ਆਪਣਾ ਪੱਠੇ ਨਹੀਂ ਖਾਣਾ ਛੱਡਦੀ, ਜਾਂ ਮੈਦੇ ਦੇ ਮਸਲੇ ਦੀ ਵਜ੍ਹਾ ਤੋਂ ਜ਼ਿਆਦਾ ਪੱਠੇ ਖਾਣਾ ਛੱਡ ਦਿੰਦੀਆਂ ਡੰਗਰ। ਸਹੀ। ਅੱਛਾ ਅਗਰ ਮੱਝ ਨੂੰ ਕਬਜ਼ ਹੋ ਜਾਂਦੀ ਹੈ, ਹਾਂਜੀ, ਜਾਂ ਉਹਨੂੰ ਛੁੜਕਣ ਯਾਨੀ ਕਿ ਮੋਸ਼ਨ ਲੱਗ ਜਾਂਦੇ ਨੇ, ਹਾਂਜੀ, ਉਹਦੇ ਨਾਲ ਵੀ ਮੱਝਾਂ ਪੱਠੇ ਖਾਣਾ ਛੱਡ ਦਿੰਦੀਆਂ ਨੇ ਬਾਅਦ ਵਿੱਚ? ਉਹਦੇ ਨਾਲ ਹੀ ਜ਼ਿਆਦਾ ਦੇ ਮੋਸ਼ਨ ਲੱਗ ਜਾਣ ਤਾਂ ਛੱਡ ਜਾਂਦੀਆਂ। ਤੇ ਫਿਰ ਕੀ ਕਰੀਏ ਉਹਦਾ ਇਹਦੇ ਇਲਾਜ? ਵਿੱਚ ਮੋਸ਼ਨ ਲੱਗ ਜਾਣ ਤਾਂ ਚੋ ਅਰਕਾ ਦੇ ਸਕੀਂਦਾ ਸਰ। ਠੀਕ ਹੈ। ਚਾਰੇ ਅਰਕ ਸਦੀਂਦੇ। ਠੀਕ ਹੈ। ਉਹ ਦੇ ਦਿਓ, ਮੋਸ਼ਨ ਉਹਦੇ ਸੈੱਟ ਹੋ ਗਈ। ਚਾਰੇ ਅਰਕ ਕਿੰਨੇ ਦਿਨ ਹੈ, ਕਿੰਨੀ ਮਿਕਦਾਰ? ਤਕਰੀਬਨ 2 ਬੋਤਲਾਂ ਆਉਂਦੀਆਂ, ਤਕਰੀਬਨ 3 ਪਾ ਦੀਆਂ। ਇੱਕ ਟਾਈਮ ਸਵੇਰ ਨੂੰ ਦੇ ਦਿਓ, ਇੱਕ ਸ਼ਾਮ ਨੂੰ ਦੇ ਦਿਓ। ਸਹੀ ਹੈ। ਹਾਂਜੀ। ਤੇ ਜਿੰਨਾ ਹੀ ਪੁਰਾਣਾ ਮੋਸ਼ਨ ਮੋਖੇ ਉਸਦੇ ਉਹ ਦੂਰ ਹੋ ਜਾਸਨ।
ਜਿਹੜਾ ਤੁਸੀਂ ਚੂਅਰ ਕਾ ਦੱਸਿਆ ਇਹ ਅਲੱਗ-ਅਲੱਗ ਮਿਲੇਗਾ ਜਾਂ ਇੱਕ ਹੀ ਬੋਤਲ 'ਚ ਸਾਰਾ ਕੁਝ? ਇੱਕਾ ਬੋਤਲ ਹੁੰਦੀ ਤੇ ਉਹ 2 ਵਾਰੀ ਬੋਤਲਾਂ ਦੇਣੀਆਂ? ਹਾਂ 2 ਵਾਰੀ 3 ਵਾਰੀ ਦੇ ਦਿਓ, ਉਹਦਾ ਸੈੱਟ ਹੋਵੇ ਸੀ। ਅੱਛਾ ਠੀਕ ਹੈ। ਅੱਛਾ ਇਹ ਦੱਸਿਓ ਕਿ ਬਾਜ਼ ਔਕਾਤ ਮੱਝ ਜਿਹੜੀ ਹੈ ਉਹ ਛੁੜਕਣ ਦੇ ਨਾਲ ਉਹਨੂੰ ਕਬਜ਼ ਵੀ ਹੁੰਦੀ ਹੈ। ਕਬਜ਼ ਤੇ ਛੁੜਕਣ ਜਿਹੜਾ ਹੈ ਇਹਦਾ ਆਪਸ ਵਿੱਚ ਤਾਲੁਕ ਹੈ। ਹਾਂਜੀ। ਤੇ ਕਬਜ਼ ਅਗਰ ਹੋਈ ਹੈ ਤਾਂ ਫਿਰ ਕੀ ਕਰੀਏ? ਕਬਜ਼ ਇੱਕ ਅਕਸਰ ਤੌਰ ਤੇ ਹੁੰਦੀ ਹੈ ਗੱਭਣ ਮਾਈ ਨੂੰ ਕਬਜ਼, ਉਸ ਨੂੰ ਘਿਓ ਵੀ ਦੇ ਸਕੀਂਦਾ ਦੇਸੀ, ਔਰ ਦੇਸੀ ਨਹੀਂ ਤਾਂ ਡਾਲਡਾ ਘਿਓ ਦੇ ਦਿਓ। ਠੀਕ ਹੈ। ਨਾਲ ਉਹਦੇ 1 ਕਿਲੋ ਖੀਰ ਹੋਵੇ ਹਾਂ। ਗਰਮ ਕਰਕੇ ਉਹਦੇ ਵਿੱਚ ਅੱਧਾ ਕਿਲੋ ਗੁਲਕੰਦ ਪਾ ਲਓ ਹਾਂ ਤੇ ਵਿੱਚ ਚੀਨੀ ਥੋੜੀ ਜਿਹੀ ਪਾ ਲਓ, ਉਹ ਗਰਮ ਕਰਕੇ ਤੇ ਉਹ ਦੇ ਦਿਓ, ਵਿੱਚ ਘਿਓ ਵੀ ਪਾ ਦਿਓ। ਸਹੀ ਹੋ ਉਸ ਦੇ ਗਿਆ। ਨਾਲ ਵੀ ਕਬਜ਼ ਉਹਦੀ ਦੂਰ ਹੋ ਗਈ। ਹੋਰ ਕਿਹੜੀਆਂ ਬਿਮਾਰੀਆਂ ਤੁਹਾਡੇ ਸੇ ਫਾਰਮ ਤੇ ਜ਼ਿਆਦਾ ਜਾਨਵਰਾਂ ਨੂੰ ਲੱਗਦੀਆਂ ਨੇ? ਸਾਡੇ ਫਾਰਮ ਤੇ ਇਹ ਸਿਰਫ ਆਪਣਾ ਸਹਿਰੇ ਦੀ ਵਜ੍ਹਾ ਤੋਂ ਮੈਦੇ ਦਾ ਮਸਲਾ ਥੋੜਾ ਬਹੁਤਾ ਬਣਦਾ ਹੈ, ਉਹਦੇ ਵਿੱਚ ਮਿੱਠਾ ਸੋਡਾ ਚੱਲਦਾ ਰਹੇ, ਟੌਕਸਨ ਬੈਂਡਰ ਚੱਲਦਾ ਰਹੇ, ਤਾਂ ਇਹ ਮੈਦੇ ਦਾ ਮਸਲਾ ਨਹੀਂ ਹੁੰਦਾ। ਠੀਕ ਹੋ ਗਿਆ। ਤੇ ਬਾਜ਼ ਔਕਾਤ ਮੱਝਾਂ ਜਿਹੜੀਆਂ ਨੇ ਗੈਸ ਕਰ ਜਾਂਦੀਆਂ ਨੇ, ਉਹਨਾਂ ਨੂੰ ਗੈਸ ਦਾ ਮਸਲਾ ਆ ਜਾਂਦਾ ਜਿਹਨੂੰ ਫਾਰਾ ਵੀ ਕਹਿੰਦੇ ਆ, ਖਰਾ ਵੀ ਕਹਿੰਦੇ ਆ। ਹਾਂ। ਤੇ ਅਗਰ ਮੱਝ ਦੇ ਪੇਟ 'ਚ ਗੈਸ ਮਹਿਸੂਸ ਹੋਏ ਤੇ ਫਿਰ ਕੀ ਕਰੀਏ? ਇਹ ਪਿਆਜ਼ ਹੋ ਗਿਆ, ਗੁੜ ਹੋ ਗਿਆ ਤੇ ਇਹ ਨਮਕ ਹੋ ਗਿਆ, ਇਹ ਦਿਓ ਗੈਸ ਉਹਦਾ ਖਤਮ ਹੋ ਗਈ। ਇਹ ਕਿੰਨਾ ਕੁ ਦੇ ਦਈਏ? ਇਹ ਤਕਰੀਬਨ ਅੱਧਾ ਕਿਲੋ ਪਿਆਜ਼ ਹੋਵੇ ਹਾਂ। ਮੱਝ ਵਾਸਤੇ, ਹਾਂ ਤੇ ਅੱਧਾ ਕਿਲੋ ਗੁੜ ਤੇ 1 ਮੁੱਠ ਵਿੱਚ ਨਮਕ ਦੀ ਪਾ ਦਿਓ। ਠੀਕ ਹੋ ਗਿਆ। ਹਾਂਜੀ। ਅੱਛਾ ਜ਼ਿਆਦਾ ਮਸਲਾ ਜਿਹੜਾ ਵੇ ਰਾਣਾ ਸਾਹਿਬ ਜਿਹੜੇ ਤੁਹਾਡੇ ਓਨਰ ਨੇ ਉਹਨਾਂ ਦੱਸਿਆ ਕਿ ਸਾੜੂ ਦਾ ਹੁੰਦਾ ਹੈ, ਹਾਂਜੀ। ਤੇ ਸਾੜੂ ਦਾ ਫਿਰ ਕੀ ਇਲਾਜ ਕਰਦੇ ਹੋ? ਸਾੜੂ ਦਾ ਸਾਰਾ ਇਸ ਦੇ ਮੁਖਤਲਿਫ ਇਲਾਜ ਹਨ। ਮੁਖਤਲਿਫ ਹੀ ਦੱਸੋ ਸਾਰੇ, ਤੇ ਸ਼ਰਤੀਆ ਦੱਸੋ ਤਾਂ ਕਿਸ ਦਾ ਭਲਾ ਹੋਈਏ। ਸਰ ਇੱਕ ਸਾੜੂ ਹੁੰਦਾ ਹੈ ਵਿੱਚ ਗਿਲਟੀ ਬਣ ਪੈਂਦੀ ਹੈ, ਹੂੰ ਉਸ ਦਾ ਇਲਾਜ ਹੈ ਆਪਣਾ ਸ਼ੀਸ਼ਾ ਨਮਕ ਹੂੰ ਤੇ ਬੇਡਾਂ ਦਾ ਖੀਰ, ਹੂੰ ਇਸ ਨੂੰ ਪਕਾ ਕੇ ਕਿੰਨਾ ਲੈ ਲਈਏ? ਤਕਰੀਬਨ 2 ਕਿਲੋ ਖੀਰ ਹੋਵੇ ਤੇ ਬੇਡਾਂ ਦਾ ਹੂੰ 1 ਕਿਲੋ ਵਿੱਚ ਸ਼ੀਸ਼ਾ ਨਮਕ ਹੋਵੇ, ਉਸ ਨੂੰ ਵਿੱਚ ਗ੍ਰਾਈਂਡ ਕਰਕੇ ਉਸ ਨੂੰ ਅੱਗ ਤੇ ਪਕਾ ਕੇ ਉਹ ਖੋਇਆ ਬਣ ਜਾਸੀ। ਠੀਕ ਹੈ। ਉਸ ਨੂੰ ਤਕਰੀਬਨ ਸ਼ਾਮ ਨੂੰ ਉਸ ਦੇ ਤਕਰੀਬਨ 5 ਵਜ਼ਨ ਕਰ ਦੇਣਾ, ਠੀਕ ਹੈ। ਇੱਕ ਵਜ਼ਨ ਸ਼ਾਮ ਨੂੰ ਉਹਨੂੰ ਦੇ ਦੇਣਾ, ਉਹ 5 ਦਿਨ ਦੇਣਾ 5 ਦਿਨ ਦੇਣਾ। ਤੇ ਨਾੜੂ ਠੀਕ ਹੋ ਜਾਏਗਾ? ਹਾਂ ਨਾੜ, ਸਾੜੂ ਜਿਹੜਾ ਉਹਦੀ ਨਾੜ ਆਈ ਨਾੜ ਹੋਈ। ਨਹੀਂ ਖਤਮ ਹੋ ਸਕਦੀ, ਨਾੜ ਕੋਈ ਇਲਾਜ ਨਹੀਂ ਨਾੜ ਦਾ ਬਿਲਕੁਲ। ਤੇ ਨਾੜ ਦਾ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਨਾੜ ਆ ਰਹੀ ਹੈ? ਉਹ ਉੱਤੋਂ ਮੋੜ ਲਾਉਂਦੀ ਹੈ, ਉੱਤੋਂ ਤੱਲੇ ਤੇ ਉਹ ਨੇ ਕੁਰਾੜੀ ਹੁੰਦੀ ਹੈ, ਸਖਤ ਹੁੰਦੀ ਹੈ ਅੰਗਲ ਤਰ੍ਹਾਂ, ਅੱਛਾ ਉਹ ਨਹੀਂ ਉੱਤੋਂ ਤੱਲੇ ਲਾਸੀ ਤਾਂ ਉਹ ਮੋੜ ਤੋੜੀ ਆ ਗਈ, ਪਾਨ ਤੋੜੀ। ਅੱਛਾ। ਨਾੜ ਦਾ ਇਲਾਜ ਨਹੀਂ ਤੇ ਨਾੜ ਨੂੰ ਅਗਰ ਪਹਿਲੇ ਟਾਈਮ ਨਾਲ ਫੜ ਲਿਆ ਜਾਏ ਤੇ ਇਲਾਜ ਮੁਮਕਿਨ ਹੈ? ਹਾਂ, ਪਹਿਲੇ ਲਾਭ ਕਰ ਲਵੇ ਤਾਂ ਇਹ ਸ਼ੀਸ਼ਾ ਨਮਕ ਬੇੜ ਦਾ ਆਪਣਾ ਦੁੱਧ ਹੋ ਗਿਆ ਵੇ ਪਕਾ ਕੇ ਇਹ ਦੇ ਦਿਓ। ਸਹੀ ਹੈ। ਅਗਰ ਇਹ ਦਈਏ ਤੇ ਸਾੜੂ ਵੀ ਨਹੀਂ ਹੋਏਗਾ, ਨਾੜ ਦਾ ਵੀ ਇਲਾਜ ਠੀਕ ਹੋ ਜਾਏਗਾ। ਤੇ ਅਗਰ ਮੂੰਹ ਸੜੀ ਹੋਈ ਹੈ ਤੇ ਕੀ ਕਰੀਏ? ਮੂੰਹ ਸਾੜੀ ਥਣ ਤੇ ਹੋਏ। ਜੀ ਸਣ ਅੱਗੋਂ ਦਾ ਮੂੰਹ ਖਰਾਬ ਹੋ ਜਾਂਦਾ ਹੈ ਜਾਂ ਗਿਲਟੀ ਆ ਜਾਂਦੀ ਹੈ ਅੱਗੇ, ਫਿਰ ਕੀ ਕਰੀਏ? ਹਾਂ ਹਾਂ, ਉਹ ਜਿਹਨੂੰ ਤਾਂ ਬਰੀਕ ਤਾਰ ਹੋ ਜਾਂਦੀ ਹੈ ਜਾਂ ਫੁਹਾਰਾ ਮਾਰਦੀ ਹੈ? ਫੁਆਰਾ ਮਾਰਦੀ ਉਸ ਦਾ ਸਰ ਇਹ ਡੱਲੀ ਵਾਲਾ ਇੱਕ ਹੁੰਦਾ ਨਿਸ਼ਾਦਰ। ਅੱਛਾ, ਠੀਕਰੀ ਸਾਦਰ? ਨਹੀਂ, ਡੱਲੀ ਵਾਲਾ ਨਿਸ਼ਾਦਰ ਠੀਕ ਹੋ ਗਿਆ। ਉਹ ਲੈ ਲੈਣਾ ਤੇ ਕਾਲਾ ਨਮਕ ਇਹਨੂੰ ਅਲੱਗ ਕਿੰਨਾ ਲੈਣਾ? ਤਕਰੀਬਨ ਪਾਈਆ ਲਾਏ ਕੇ ਅਲੱਗ ਪੀਸ ਲੈਣਾ। ਠੀਕ ਹੈ। ਤੇ ਉਸ ਨੂੰ ਆਪਣਾ 2 ਚਮਚ 1 ਕਰੋੜੀ ਗੁੜ ਦੀ ਉਹਨੂੰ ਪੀਸ ਕੇ ਉਹਦੇ ਵਿੱਚ ਪਾ ਕੇ 2 ਚਮਚ ਦੋਵਾਂ ਚੋਂ ਅਲੱਗ ਰੱਖਣਾ, ਉਹਨਾਂ ਦੇ ਵਿੱਚ ਪਾ ਕੇ ਤੇ ਉਹ ਦੇਵਣਾ। ਜਿਹੜੀ ਦਾ ਦਾਰ ਸਖਤ ਹੋ ਜਾਂਦੀ ਹੈ ਜਾਂ ਉਹ ਮੂੰਹ ਸਾੜੀ ਹੁੰਦੀ ਹੈ ਉਹ ਖਤਮ ਹੋ ਜਾਂਦਾ। ਸਹੀ ਹੈ। ਬਾਜ਼ ਔਕਾਤ ਥਣ ਜਿਹੜਾ ਵੀ ਉਹ ਬਰਾਬਰ ਨਹੀਂ ਰਹਿੰਦਾ, ਕੋਈ ਵੱਡਾ ਹੋ ਜਾਂਦਾ ਹੈ, ਕੋਈ ਛੋਟਾ ਰਹਿ ਜਾਂਦਾ ਹੈ। ਬਾਜ਼ ਔਕਾਤ ਥਣ ਜਿਹੜਾ ਵੀ ਉਹ ਤਾਂ ਨੂੰ ਵੀ ਚੜ ਜਾਂਦਾ ਹੈ ਕੁਝ ਡੰਗਰਾਂ ਦਾ। ਇੱਕ ਮਸਲਾ ਹੁੰਦਾ ਹੈ ਕਿ ਥਣ ਸੁੱਜਣ ਲੱਗਦਾ ਤੇ ਫਾਰਮਰ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਨਾਲ ਹੁਲ ਖਰਾਬ ਹੋ ਜਾਂਦਾ ਹੈ। ਤੇ ਅਗਰ ਵਾਧਾ ਘਾਟਾ ਥਣ ਦਾ ਇਹ ਨਹੀਂ ਕੋਈ ਥਣ ਵੱਡਾ ਕੋਈ ਛੋਟਾ, ਤੇ ਉਹ ਥਣ ਬਰਾਬਰ ਕਿਸ ਤਰ੍ਹਾਂ ਕਰੀਏ? ਥਣ ਦੇ ਵਿੱਚ ਅਗਰ ਜੇ ਦੁੱਧ ਪੂਰਾ ਹੈ ਤਾਂ ਬਾਜ਼ੇ ਕੁਦਰਤੀ ਸਾਬ ਹੁੰਦਾ ਹੈ, ਮੱਝਾਂ ਦਾ ਵਾਧ ਘਾਟ ਚੱਡਾ ਹੋ ਜਾਂਦਾ ਹੈ। ਉਸ ਤੋਂ ਇਲਾਵਾ ਬਈ ਦੁੱਧ ਘਟ ਗਿਆ ਤਾਂ ਉਹ ਸਾੜੂ ਬਣ ਜਾਂਦੀ ਹੈ ਮੱਝ। ਸਹੀ ਹੈ। ਉਹਦੇ ਵਿੱਚ ਤੁਸੀਂ ਇਹ 1.5 ਪਾਈਆ ਖੀਰ ਹੋਵੇ ਬੇੜ ਦਾ ਤੇ 1 ਪਾਈਆ ਡੱਲੀ ਵਾਲਾ ਨਮਕ ਹੋਵੇ, ਉਸ ਨੂੰ ਜੀ ਪੀਸ ਕੇ ਥੋੜਾ ਜਿਹਾ ਤੇ ਰਾਤ ਨੂੰ ਬੇਡਾਂ ਦੇ ਖੀਰੇ ਪੁਸਾ ਰੱਖਣਾ। ਸਵੇਰ ਨੂੰ ਉਹਨੂੰ 2 ਘੰਟੇ 3 ਘੰਟੇ ਰਗੜ ਕੇ ਤੇ ਉਸ ਬਿਲਕੁਲ ਸਖਤ ਹੋਈ ਸੀ, ਉਹਦੀ ਚਿਕਨਾਹਟ ਬਣ ਵਿੱਚ ਬਹੁਤ ਜ਼ਿਆਦਾ ਬਈ ਸੋਟਾ ਵਿੱਚ ਸਟੇ ਸੋ ਤੇ ਉੱਤਾਂ ਛਿਕੇ ਸੋ ਤਾਂ ਉਹ ਨਾਲ ਕੁੰਡੀ ਚੌਮ ਸੀ, ਉਹੀ ਉਹਦੇ ਵਾਸਤੇ ਹਿੱਟ ਟੇਕੇ। ਠੀਕ ਹੋ ਗਿਆ। ਅੱਛਾ ਇਹ ਦੱਸਿਓ ਕਿ ਜੋਰ ਅਗਰ ਮੱਝ ਨਾ ਸੁੱਟੇ ਤੇ ਕੀ ਕਰੀਏ? ਜੇਰ ਨਾ ਸੁੱਟੇ ਤਾਂ ਉਸ ਨੂੰ ਜੀ ਆਪਣਾ ਇੱਕ ਕਮਾਨ ਦੇ ਪੱਤੇ ਖਵਾ ਸਕਦੇ ਹੋ। ਉਸ ਤੋਂ ਇਲਾਵਾ ਆਪਣਾ ਗੁਲਕੰਦ ਵੀ ਦੇ ਸਕਦੇ ਹੋ, ਇਸ ਵਿੱਚ ਖੀਰ ਵੀ ਗਰਮ ਕਰਕੇ, ਤੇ ਆਕਸੀਟੋਕਸਨ ਜਿਹੜਾ ਟੀਕਾ ਇਹ ਵੀ ਬੈਸਟ ਹੈ। ਸਹੀ ਹੋ ਗਿਆ, ਜਿਹੜਾ ਮੱਝਾਂ ਦੁੱਧ ਵਾਸਤੇ ਲਾਉਂਦੇ। ਹਾਂਜੀ। ਅੱਛਾ, ਤਕਰੀਬਨ 2 ਸੀਸੀ ਲੱਗਦਾ ਹੈ ਨਾ ਦੁੱਧ ਵਾਸਤੇ, ਜਾਂ 1 ਸੀਸੀ ਲੈਂਦੇ ਹੋ ਤੁਸੀਂ 5 ਸੀਸੀ ਲਾ ਦਿਓ। ਤੁਸੀਂ
ਤੁਸੀਂ ਗੱਲ ਕੀਤੀ ਹੈ ਕਿ ਮੱਝਾਂ ਨੂੰ ਜਦੋਂ ਗੱਭਣ ਹੁੰਦੀਆਂ ਨੇ ਤੇ ਕਬਜ਼ ਹੋ ਜਾਂਦੀ ਹੈ। ਹਾਂਜੀ, ਉਹ ਬਾਅਦ ਗੱਲ ਕਬਜ਼ ਦੀ ਵਜ੍ਹਾ ਨਾਲ ਜ਼ੋਰ ਮਾਰਦੀਆਂ ਨੇ ਤੇ ਪਿੱਛਾ ਨਿਕਲ ਆਉਂਦਾ ਹੈ। ਪੇਛਾ ਨਿਕਲ ਤੇ ਵੈਂਦਾ ਫਿਰ ਮੱਝ ਦਾ ਪਿੱਛਾ ਨਿਕਲ ਆਏ ਤਾਂ ਉਹਦਾ ਕੀ ਇਲਾਜ ਕਰੀਏ? ਪੇਛਾ ਨਿਕਲ ਜਾਵੇ, ਗੱਭਣ ਹੋਵੇ, ਤਿਆਰ ਮੱਝ ਹੋਵੇ, ਉਹਦੇ ਵਿੱਚ ਜੀ ਪੋਟਾਸ਼ ਡਾਲ ਕੇ ਪਾਣੀ ਵਿੱਚ, ਪੋਟਾਸ਼? ਹਾਂ ਪੋਟਾਸ਼ ਡਾਲ ਕੇ ਪਾਣੀ ਵਿੱਚ, ਹਾਂ ਨੀਲੇ ਕਲਰ ਦੀ ਹੁੰਦੀ ਹੈ, ਜ਼ਖਮਾਂ ਸ਼ਖਮਾਂ ਨੂੰ ਖੁਸ਼ਕ ਕਰਦੀ। ਹਾਂ ਪਾਣੀ ਡਾਲ ਕੇ ਉਸ ਨੂੰ ਧੋ ਲੈਣਾ ਜੇ ਮੱਝ ਦਾ ਪੇਛਾ ਬਾਹਰ ਆ ਗਿਆ ਤਾਂ। ਅੱਛਾ ਤੇ ਉਸ ਤੋਂ ਬਾਅਦ ਉਹਦਾ ਧੋ ਕੇ ਤੇ ਜੁੱਤੀ ਧੋ ਕੇ ਉਹਦੇ ਨਾਲ ਜੁੱਤੀ ਨਾਲ ਚਾੜ ਦੇਣਾ ਉਸ ਨੂੰ। ਜੁੱਤੀ ਨਾਲ? ਹਾਂ ਸ਼ੂਜ਼ ਜੀ। ਇਸ ਨੂੰ ਚਾੜ ਕੇ ਤੇ ਚਾੜਨਾ ਕਿਸ ਤਰ੍ਹਾਂ ਜ਼ਰਾ ਦੱਸਿਓ ਨਾ। ਇਹ ਇਸ ਤਰ੍ਹਾਂ ਦਾ ਇਹਨੂੰ ਤਾਂ ਯਾਨੀ ਐ ਤਾਂ ਨੂੰ ਕਰਨਾ ਹਾਂ, ਹੈ, ਉਹ ਇੰਜ ਤਾਂ ਜ਼ੋਰ ਨਹੀਂ ਲਾਣਾ ਸਿੱਧਾ। ਹਾਂ ਮੈਂ ਜ਼ੋਰ ਮਾਰੇ ਉਹਦੀ ਉੱਤੋਂ ਇੱਕ ਬੰਦੇ ਨੂੰ ਆਖਣਾ ਉਤੋਂ ਐਂ ਤੂੰ ਚਮੜੀ ਛਿਕੇ ਸੀ ਕਮਰ ਉਹਦੀ ਹੇਠਾਂ ਨਹੀਂ ਮਾਰਨੀ। ਠੀਕ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਆਪਣਾ ਦੇ ਦੇਵਣਾ ਤੁਸਾਂ ਅੱਧ ਪਾਈਆ ਪੱਤੀ ਦਾ, ਅੱਛਾ ਚਾਹ ਵਾਲੀ ਪੱਤੀ ਅੱਧ ਪਾਈਆ ਪੱਕੀ? ਦਾ ਡੱਬਾ ਨਾ ਕੱਚੀ? ਪਾਣੀ 'ਚ 1 ਕਿਲੋ 'ਚ ਘੋਲ ਕੇ ਹੂੰ। ਉਹ ਪਿਲਾ ਦੇਣਾ ਠੀਕ ਹੈ। ਇਨਸ਼ਾਅੱਲਾ ਉਹ ਨਿਕਲ। ਅਕਸਰ ਬਹੁਤ ਵੱਡਾ ਮਸਲਾ ਪੇਸ਼ ਆ ਰਿਹਾ ਕਿ ਮੱਝਾਂ ਨਵੇਂ ਦੁੱਧ ਨਹੀਂ ਹੁੰਦੀਆਂ, ਨਵੀਆਂ ਨਹੀਂ ਬਣਦੀਆਂ, ਹੀਟ 'ਚ ਨਹੀਂ ਆਉਂਦੀਆਂ, ਬੋਲਦੀਆਂ ਨਹੀਂ, ਕੀ ਕਰੀਏ? ਉਹਨੂੰ ਸਾਰਾ ਆਪਣਾ ਇਹ ਤੁਸਾਂ ਆਪਣਾ ਟੌਕਸਨ ਬੈਂਡਰ ਹੋ ਗਿਆ, ਮਿਨਰਲ ਹੋ ਗਿਆ, ਹੂੰ। ਇਹ ਨਾਲ ਦੇ ਨਾਲ ਚੱਲਦਾ ਰਹੇ ਤਾਂ ਬਿਲਕੁਲ ਹੀਟ ਪੂਰੀ ਕਰਦੀਆਂ। ਉਹਨਾਂ ਦੀ ਉਹ ਕਮਜ਼ੋਰੀ ਦੀ ਵਜ੍ਹਾ ਤੋਂ ਹੀਟ ਇਸ ਇਹ ਜਾਨਵਰ ਕਮਜ਼ੋਰ ਹੈ, ਖੁਰਾਕ ਪੂਰੀ ਨਹੀਂ ਤੇ ਫਿਰ ਨਹੀਂ ਖੁਰਾਕ ਹੋਈ। ਪੂਰੀ ਨਹੀਂ ਤਾਂ ਇਸ ਵਜ੍ਹਾ ਤੋਂ ਨਹੀਂ ਤੇ ਅਗਰ ਉਹ ਬਾਜ਼ਗਾਤ ਬਣ ਜਾਂਦੀਆਂ ਨੇ, ਨਵੀਆਂ ਹੋ ਜਾਂਦੀਆਂ ਨੇ, ਫਿਰ ਜਾਂਦੀਆਂ, ਉਹਦਾ ਕੀ ਇਲਾਜ ਕਰੀਏ? ਫਿਰ ਜਾਂਦੀਆਂ ਬਾਅਦ ਉਹ ਅੰਦਰ ਉਹਨਾਂ ਦੇ ਮੌਕੇ ਹੋ ਬੰਦੇ ਕਿੱਥੇ ਕਰਕੇ? ਉਹ ਅੰਦਰ ਬੱਚੇਦਾਨੀ ਦੇ ਵਿੱਚ। ਠੀਕ ਹੋ ਗਿਆ। ਉਹ ਬੱਚੇਦਾਨੀ ਦੇ ਵਿੱਚ ਉਹ ਮੌਕੇ ਕਟਾਉਣੇ ਪਾਉਂਦੇ। ਕਿਸ ਤਰ੍ਹਾਂ ਘਟਾਈਦੇ ਨੇ? ਉਹ ਇਹ ਫਟਕੜੀ ਨਾਲ ਵੀ ਵਿੱਚ ਫਟਕੜੀ ਸਟੀ ਵਿੱਚ ਆ ਫਟਕੜੀ ਲਾ ਕੇ ਨਾ ਵਿੱਚ ਤੇ ਫਟਕਰੀ ਸਾੜ ਨਹੀਂ ਛੜੇਗੀ ਇਹਨੂੰ? ਸਾੜ ਸਟੇ ਸੀ ਨਾ ਉਸ ਨੂੰ ਮੌਕਿਆਂ ਨੂੰ, ਤਾਂ ਉਹ ਮੌਕੇ ਸੜ ਗਏ ਤੇ ਤਾਂ ਮੌਕੇ ਸੜਦੇ ਕੁਝ ਹੋਰ ਨਾ ਸੜ ਜੇ? ਨਹੀਂ ਸੜਦਾ, ਕੋਈ ਚੀਜ਼ ਹੀ ਨਹੀਂ ਸੜਦੀ। ਫਟਕੜੀ ਉਹ ਔਰਤ ਨਹੀਂ ਅੰਦਰ ਨੁਕਸਾਨ ਕਰੇਗੀ? ਨਾ। ਤੇ ਉਹਦਾ ਤਰੀਕਾਕਾਰ ਕੀ ਹੁੰਦਾ ਫਿਰ, ਕਿਸ ਤਰ੍ਹਾਂ? ਉਸ ਦੀ ਇੱਕ ਡੱਲੀ ਲੰਬੀ ਬਣਾ ਕੇ ਨਾ ਹੂੰ। ਥੋੜੀ ਜਿਹੀ ਉਂਗਲ ਨਾਲ ਵਿੱਚ ਫੇਰ ਕੇ ਤੇ ਵਾਪਸ ਕਰ ਦੇ। ਸਹੀ ਹੋ ਗਿਆ। ਯਾਨੀ ਉਹ ਕਾਰੀਗਰ ਬੰਦਾ ਹੀ ਕਰ ਸਕਦਾ ਹੈ। ਕਾਰੀਗਰ ਕਰ ਸਕਦਾ, ਹਰ ਬੰਦਾ ਐਵੇਂ ਨਹੀਂ ਦਬਾ ਕੇ ਵਿੱਚ ਦੇ ਛੋੜੀ ਤੇ ਭਾਈ ਹੋ ਜਾਸੀ। ਸਹੀ ਹੋ ਗਿਆ। ਹਾਂਜੀ। ਅੱਛਾ, ਬਾਜ਼ ਕੌਤ ਕਹਿੰਦੇ ਨੇ ਕਿ ਜਾਨਵਰ ਜਿਹੜਾ ਵੇ ਉਹ ਸੂਣ ਤੋਂ ਬਾਅਦ ਉਹਦਾ ਕੋਈ ਪਾਸਾ ਜਿਹੜਾ ਵੇ ਉਹ ਕਮਜ਼ੋਰ ਹੋ ਜਾਂਦਾ, ਜਾਨਵਰ ਉੱਠਦਾ ਨਹੀਂ, ਹਾਂ ਜਿਹਨੂੰ ਅਸੀਂ ਫਾਲਜ ਵੀ ਕਹਿੰਦੇ ਆ, ਬਹਿ ਜਾਂਦਾ ਜਾਨਵਰ, ਹਾਂ। ਉਹਦਾ ਕੀ ਕਰੀਏ? ਉਹ ਤਾਂ ਸਾਰਾ ਆਪਣਾ ਟੀਕੇ ਹੁੰਦੇ ਨੇ ਹੂੰ। ਉਹ ਲਵਾਇਓ। ਹੋਰ ਦੇਸੀ ਨੁਕਸਾ ਉਸਤੇ ਨਹੀਂ। ਇੱਕ ਚੀਜ਼ ਹੋਰ ਕਰਦੀ ਹੈ ਦੇਸੀ, ਜੀ। ਮੇਥਰਾ ਹੁੰਦਾ, ਮੇਥਰਾ ਬਾਜ਼ਾਰ ਚੋਂ ਲੈ ਕੇ ਹੂੰ। ਮੇਥਰੇ ਨੂੰ ਪਕਾ ਲੈਣਾ ਅੱਗ ਤੇ। ਉਹਦੇ ਵਿੱਚ 2 ਕਿਲੋ ਮੇਥਰਾ ਤੇ 2 ਕਿਲੋ ਵਿੱਚ ਗੁੜ ਪਾ ਲੈਣਾ ਜੀ। ਤੇ 1.5 ਕਿਲੋ ਘੀ ਪਾ ਲੈਣਾ ਜੀ। ਉਹਨੂੰ ਪਕਾ ਕੇ ਤੇ ਉਹਦੇ ਵਿੱਚ ਤਕਰੀਬਨ 5 ਕਿਲੋ ਆਟਾ ਪਾ ਲੈਣਾ। ਹੂੰ। ਆਟਾ ਪਾ ਕੇ ਤੇ ਉਸ ਦੀਆਂ ਬਣਾ ਲੈਣੀਆਂ ਰੋੜੇ ਏਡੇ ਏਡੇ। ਹੂੰ। ਇੱਕ ਖੁਰਾਕ ਇੱਕ ਰੋੜਾ ਚਾਹ ਕੇ ਉਹਨੂੰ ਖਵਾ ਦੇ, ਕੋਈ ਉਹਦੀ ਕਮਜ਼ੋਰੀ ਦੂਰ ਕਰ ਦੇਗੀ। ਕੋਈ ਸੰਨਾਂ 'ਚ ਉਹਦੇ ਪਾਣੀ ਹੈ, ਹੂੰ। ਕੋਈ ਮਸਲਾ ਉਹਦੇ ਜੋੜਾਂ 'ਚ ਉਹ ਖਤਮ ਕਰ ਦੇ। ਆਖਰ ਤੇ ਇਹ ਦੱਸਿਓ ਕਿ ਬਾਜ਼ਗਤ ਨਵੀਆਂ ਮੱਝਾਂ ਸੱਜਰੀਆਂ ਸੁੰਦੀਆਂ ਨੇ, ਲੇਕਿਨ ਉਹਨਾਂ ਦਾ ਦੁੱਧ ਖਤਮ ਹੋ ਜਾਂਦਾ, ਦੁੱਧ ਘਟ ਜਾਂਦਾ, ਦੁੱਧ ਨਹੀਂ ਪੂਰਾ ਦਿੰਦੀਆਂ, ਕੀ ਕਰੀਏ? ਉਹ ਬਾਜ਼ੇ ਮੈਲਾ ਨੇ ਮੱਝਾਂ ਮਾਰਦੀਆਂ, ਇਸ ਅੱਛਾ। ਵਜ੍ਹਾ ਤੋਂ ਗਰਮੀ ਕਰ ਜਾਵੇ ਜ਼ਿਆਦਾ ਤਾਂ ਨਹੀਂ ਦੁੱਧ ਦਿੰਦੀਆਂ। ਤੇ ਜੇ ਅਗਰ ਕੋਈ ਜ਼ਿਆਦੀ ਠੰਡੀ ਚੀਜ਼ ਖਵਾ ਦਿੱਤੀ ਹੈ ਤਾਂ ਉਸ ਵਜ੍ਹਾ ਤੋਂ ਵੀ ਉਹ ਨਹੀਂ ਕਰਦੀਆਂ। ਬਹੁਤ ਸ਼ੁਕਰੀਆ ਜੀ, ਤੁਸੀਂ ਬੜੇ ਮਫੀਦ ਸਾਨੂੰ ਤੇ ਨੁਸਖੇ ਦੱਸੇ ਨੇ। ਹੋਰ ਮੇਰਾ ਜੀ। ਨੁਕਸਾ ਇਹ ਪਿਆ, ਉਹ ਬਾਜ਼ੇ ਲੋਕ ਐਲ ਦਿੰਦੇ ਨੇ, ਤੇਲ ਦੇ ਦਿੱਤਾ ਹੈ, ਤੇਲ ਦੇ ਦਿੰਦੇ ਨੇ, ਘੀ ਦੇ ਦਿੰਦੇ ਨੇ ਗਰਮ ਕਰਕੇ ਤੇ ਡੰਗਰ ਦੀ ਆਂਤੜੀਆਂ ਦੇ ਵਿੱਚ ਪਾਈ ਗਿਆ। ਹਾਂ। ਤਾਂ ਕੋਈ ਅੰਗਰੇਜ਼ੀ ਉਸ ਦੀ ਕੋਈ ਦਵਾਈ ਠੀਕ ਹੈ। ਬਿਲਕੁਲ ਜਿਤਨਾ ਕੋਈ ਸਰਜਨ ਡਾਕਟਰ ਇਹ ਨਹੀਂ ਕਰ ਸਕਦਾ। ਮੇਰਾ ਇੱਕ ਅਦਨਾ ਨੁਕਸਾ ਇਹ ਪਿਆ, ਹਾਂ। ਇਨਸ਼ਾਅੱਲਾ ਫੌਰਨ ਜਿਹੜਾ ਬੰਦਾ ਦੇ ਦੇ ਸੀ 1-2 ਮਿੰਟ ਦੇ ਅੰਦਰ ਡੰਗਰ ਬਿਲਕੁਲ ਫਿੱਟ ਹੋ ਸੀ। ਦੱਸੋ। ਉਹ ਸਰ ਇਹ ਨੁਕਸਾ ਹੈ ਬਈ ਛੋਲਿਆਂ ਦੀ ਦਾਲ ਕੱਚੀ ਪੀਸ ਕੇ ਜੀ। ਤਕਰੀਬਨ 1 ਕਿਲੋ ਆਟਾ ਉਹਦਾ ਬਣਾ ਲੈਣਾ। ਹਾਂ। 1 ਕਿਲੋ ਦਾਲ ਹੈ ਕਿ ਉਹਦਾ 1 ਕਿਲੋ ਆਟਾ ਬਿਲਕੁਲ ਬਰੀਕ ਚੱਕੀ ਦੇ ਕਰਾ ਲੈਣਾ ਠੀਕ ਹੈ। ਤੇ ਫੌਰਨ ਉਹਨੂੰ ਖਵਾ ਦਿਓ। ਸਾਲਮ ਖਾ ਜਾਵੇ, ਅੱਧਾ ਖਾ ਜਾਵੇ, ਇਨਸ਼ਾਅੱਲਾ ਉਹ 5 ਮਿੰਟਾਂ ਬਾਅਦ ਡੰਗਰ ਫਿੱਟ। ਤੇ ਜੇ ਅਗਰ ਉਹ ਚੀਜ਼ ਨਹੀਂ ਜਿਹੜਾ ਬੰਦਾ ਹੀ ਦੇ ਸਕਦਾ, ਡੰਗਰ ਕੋਈ ਅੰਗਰੇਜ਼ੀ ਦਵਾਈ ਉਸ ਤੇ ਕੰਮ। ਹੂੰ। ਤੇ ਜੇ ਅਗਰ ਡੰਗਰ ਨੂੰ ਪੁਰਾਣੀ ਫਿਫਰੀ ਹੋ ਜਾਂਦੀ, ਖਾਂਸੀ ਲੱਗ ਪੈਂਦੀ ਹੈ, ਹੂੰ। ਤਾਂ ਉਹਦੇ ਬਾਰੇ ਆਪਣਾ ਇਹ ਪਿਆ ਇਹ ਕੱਚਾ ਦਾਨ ਚਾਵਲ ਜਿਹੜਾ ਹੁੰਦਾ ਹੂੰ। ਉਹਦੀ ਉਤਲੀ ਛਿਲ ਸਮੇਤ ਉਸ ਨੂੰ ਖਵਾ ਦੇਵੇ। ਤਕਰੀਬਨ 1 ਕਿਲੋ ਖਾ ਜਾਵੇ, 2 ਖਾ ਜਾਵੇ, ਆਪਣੇ ਰਸਤਿਓਂ ਖਾ ਜਾਵੇ। ਹੂੰ। ਉਹਤੇ ਜਿਹੜੇ ਫੋੜੇ ਬਣ ਪੈਂਦੇ ਨਾ ਫੇਫੜਿਆਂ ਤੇ, ਉਹ ਜਾ ਕੇ ਫਿਸਵੇ ਸਨ, ਖਤਮ ਹੋਵੇ ਸਨ, ਡੰਗਰ ਤੇ ਆਟੋਮੈਟਿਕ ਠੀਕ ਹੋ ਗਿਆ। ਤੇ ਸਿੰਘ ਅਗਰ ਟੁੱਟ ਜਾਏ ਤਾਂ ਕੀ ਕਰੀਏ? ਸਰ ਸਿੰਘ ਟੁੱਟ ਜਾਵੇ, ਬਿਲਕੁਲ ਵਿੱਚੋਂ ਤਾਂ ਨਿਕਲ ਜਾਵੇ, ਸੁਰਾਖ ਹੋ ਜਾਵੇ, ਤਾਂ ਮੋੜ ਤਾਂ ਉਹਦਾ ਆਪਣਾ ਡਾਕਟਰੀ ਇਲਾਜ ਹੈ ਉਸ ਦਾ। ਮੇਰਾ ਤਾਂ ਇਲਾਜ ਇਹ ਹੈ ਵੀ ਇਹ ਜਿਹੜਾ ਜਾਇਆ ਨਹੀਂ ਹੁੰਦਾ, ਇਹ ਵਧਾਉਂਦਾ ਟੁੱਟਦਾ ਕੰਡਿਆਂ ਵਾਲਾ, ਹੂੰ। ਉਸ ਨੂੰ ਪਕੜ ਕੇ ਜਾਂ ਮਰੇ ਹੋ ਜਾਂ ਜਲ ਜਾਵੇ ਤਾਂ ਉਸ ਨੂੰ ਜਨਾਬ ਇਹਦੀ ਸਾੜ ਲੈਣਾ, ਮਾਰ ਕੇ ਉਸ ਨੂੰ ਸੁਕਾ ਕੇ ਸਾੜ ਲੈਣਾ। ਜਿਹੜੀ ਉਸ ਦੀ ਸੁਆਹ ਹੈ ਉਸ ਦੇ
ਤੇਲ ਸਰਸੋਂ ਦੇ ਤੇਲ ਦੇ ਵਿੱਚ ਪਾ ਲੈਣੀ ਹੈ। ਉਹ ਸਿੰਘ ਤੇ ਲਾਈ ਰੱਖਣਾ ਹੈ। ਅਗਰ ਵਿੱਚ ਸੁਰਾਖ ਹੋ ਗਿਆ ਇਸ ਤਾਂ ਉਹਦੀ ਗੁੱਲੀ ਬਣ ਗਈ ਸੀ। ਤੇ ਜੇ ਅਗਰ ਗੁੱਲੀ ਸਮੈਤ ਹੈ ਗੁੱਲੀ ਹੈ ਤੇ ਸਿੰਘ ਉੱਤੋਂ ਟੁੱਟ ਗਿਆ, ਹਾਂ ਉਹ ਕੱਚੀ ਗਾਜਣੀ ਲੈ ਲੈਣੀ ਹੈ ਲਾਲ ਰੰਗ ਦੀ ਪੀਲੀ, ਉਸ ਨੂੰ ਕੁਸਾ ਕੇ ਪਾਣੀ ਵਿੱਚ ਤੇ ਐ ਮਾਈਆਂ ਆਪਣਾ ਔਰਤਾਂ ਦੇ ਵਾਲ ਜਿਹੜੇ ਹੁੰਦੇ ਨੇ ਗਿਰਦੇ ਨੇ ਤੇ ਉਹਦੇ ਉੱਤੇ ਲਪੇਟ ਕੇ ਤੇ ਉਹ ਸਿੰਘ ਨੂੰ ਬੰਦ ਕਰ ਦੇਣਾ, ਉਸ ਨੂੰ ਪਾਣੀ ਤੋਂ ਬਚਾਉਣਾ ਸਿੰਘ ਨੂੰ ਤੇ ਇਨਸ਼ਾਅੱਲਾ ਉਹ ਹਿੱਕੇ ਵੇਰੀ ਵਾਲ ਲਪੇਟਣੇ ਤੁਮ ਸੇ ਦੁਬਾਰਾ ਸਿੰਘ ਦੀ ਜਿਸ ਲਈ ਗੁੱਲੀ ਤਿਆਰ ਹੋ ਸੀ ਉਹ ਤੋਂ ਆਪੇ ਬਾਜ਼ ਕਾਤ ਮੱਝ ਜਾਂ ਕੋਈ ਗਾਂ ਹੈ ਚ ਵਾਧਾ ਘਾਟਾ ਜਾਂਦਾ ਇਹਦੀ ਖੁਰਾਕ 'ਚ ਤੇ ਉਹਦੇ ਅੱਖਾਂ ਜਿਹੜੀਆਂ ਨੇ ਅੱਖਾਂ ਉਹਦੇ 'ਚੋਂ ਗਿੱਦਾਂ ਰਹਿੰਦੀਆਂ ਨੇ, ਅੱਖ ਖਰਾਬ ਰਹਿੰਦੀ ਹੈ, ਉਹਦਾ ਕੀ ਇਲਾਜ ਕਰੀਏ ਅੱਖ ਜਿਹੜੀ ਖਰਾਬ ਰਹਿੰਦੀ ਹੈ? ਉਹ ਜੀ ਉਹਦੇ ਸਿਰ 'ਚ ਪਾਣੀ ਮਾਰੋ, ਉਹਨੂੰ ਨਵਾਇਓ, ਉਹ ਗਰਮੀ ਦੀ ਵਜ੍ਹਾ ਤੋਂ ਹੋ ਜਾਂਦਾ ਹੈ ਤੇ ਸਿਰ 'ਚ ਮੱਖਣ ਪਾ ਦਿਓ ਤੇ ਇਸ ਤਰ੍ਹਾਂ ਨਾਲ ਸੈੱਟ ਹੋ ਗਈ ਸੀ। ਠੀਕ ਹੈ, ਬਹੁਤ ਸ਼ੁਕਰੀਆ ਜੀ।